स्टूडेंट्स अज असीं जिहड़ा हैगा चैप्टर 2 जिहड़ा चैप्टर का नाम हैगा वो हैगा प्रोग्रामिंग इन सी लैंग्वेजेस इहदी बुक स्टडी करांगे। इहदे विच सब तो पहलां ये आंदा भी जिहड़ी सी लैंग्वेज हैगी आ वो किहने डिज़ाइन कीती सी, वो कीती सी डेनिस रिची ने बैल लैबोरेटरी 1970 दे विच। ਇਹਦਾ ਜਿਹੜਾ ਪੁਰਾਣਾ ਵਰਜਨ ਸੀਗਾ ਉਹਨੂੰ ਅਸੀਂ ਬੀ ਵੀ ਕਹਿੰਦੇ ਸੀਗੇ ਤੇ ਰਿਟਨ ਬਾਈ ਕੇ ਥਾਮਸਨ ਹੂ ਇਜ਼ ਅਡਾਪਟਡ ਇਟ ਫਰੋਮ ਦਾ ਮਾਰਟਨ ਰਿਚਰਡ BCPCL ਬੇਸਿਕ ਕੰਬਾਈਨਡ ਪ੍ਰੋਗਰਾਮਿੰਗ ਲੈਂਗੁਏਜਸ। ਹੁਣ ਇਹਦੇ ਵਿੱਚ ਮੇਨ ਕੁਐਸਚਨ ਕੀ ਬਣਦਾ, ਸਭ ਤੋਂ ਪਹਿਲਾ ਕੁਐਸਚਨ ਇਹੀ ਬਣਦਾ ਵੀ ਜਿਹੜਾ ਸੀ ਸੀਗਾ ਉਹਦਾ ਡਿਜ਼ਾਈਨ ਕਿਹਨੇ ਲਿਖਿਆ ਸੀਗਾ, ਡੈਨਿਸ ਰਿਚੀ ਨੇ। ਲਿਖਿਆ ਕਿੱਥੇ ਸੀਗਾ, ਬੈਲ ਲੈਬੋਰਟਰੀ 'ਚ। ਕਦੋਂ ਸੀਗਾ, अर्ली 1970 ਦੇ ਵਿੱਚ। ਹੁਣ ਇਹਦੇ ਮੇਨ ਫੀਚਰ ਕਿਹੜੇ ਕਿਹੜੇ ਨੇ? ਮੇਨ ਫੀਚਰ ਦੇ ਵਿੱਚ ਸਾਡੇ ਕੋਲੇ ਮਿਡਲ ਲੈਵਲ ਲੈਂਗੁਏਜ ਆ। ਮਿਡਲ ਲੈਵਲ ਲੈਂਗੁਏਜ ਕਿਵੇਂ ਕਿ ਸੀ ਦੇ ਵਿੱਚ ਅਸੀਂ ਹਾਈ ਲੈਵਲ ਲੈਂਗੁਏਜਸ ਦੇ ਵਿੱਚ ਵੀ ਅਸੀਂ ਕੋਡ ਲਿਖ ਸਕਦੇ ਹਾਂ ਤੇ ਅਸੈਂਬਲੀ ਲੈਵਲ ਲੈਂਗੁਏਜਸ ਦੇ ਵਿੱਚ ਵੀ ਅਸੀਂ ਕੋਡ ਲਿਖ ਸਕਦੇ ਹਾਂ। ਨੈਕਸਟ ਸਾਡੇ ਕੋਲ ਆ ਗਿਆ ਜਿਹੜੀ ਸੀ ਲੈਂਗੁਏਜ ਹੈਗੀ ਹੈ, ਇਹ ਕੀ ਹੈ, ਇੱਕ ਪ੍ਰੋਸੀਜਰਲ ਲੈਂਗੁਏਜ ਹੈਗੀ ਹੈ। ਇਹਦੇ ਵਿੱਚ ਅਸੀਂ ਫੰਕਸ਼ਨ ਬਣਾ ਸਕਦੇ ਹਾਂ, ਇੱਕ ਵੱਡੇ ਪ੍ਰੋਗਰਾਮ ਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਲਿਖ ਕੇ ਉਹਨੂੰ ਕੰਬਾਈਨ ਕਰ ਸਕਦੇ ਹਾਂ। ਸੋ ਦਿਸ ਇਜ਼ ਦਾ ਸੀ ਇਜ਼ ਏ ਹਾਈ ਲੈਵਲ ਪ੍ਰੋਸੀਜਰਲ ਲੈਂਗੁਏਜਸ। ਨੈਕਸਟ ਕਰੈਕਟਰ ਸੈੱਟ। ਕਰੈਕਟਰ ਸੈੱਟ ਹੋ ਗਿਆ ਵੀ ਕਿ ਸੀ ਦੇ ਵਿੱਚ ਕਿਹੜੇ ਕਿਹੜੇ ਕਰੈਕਟਰ ਨੇ ਜਿਹੜੇ ਅਸੀਂ ਯੂਜ਼ ਕਰਦੇ ਹਾਂ ਕਿਸੇ ਵੀ ਪ੍ਰੋਗਰਾਮ ਨੂੰ ਲਿਖਣ ਦੇ ਲਈ। ਪਹਿਲਾ ਸਾਡੇ ਕੋਲ ਕਰੈਕਟਰ ਸੈੱਟ ਆਉਂਦਾ ਹੈਗਾ ਅਲਫਾਬੈਟਸ, ਯਾਨੀ ਕਿ ABCD। ਉਸ ਤੋਂ ਬਾਅਦ ਸਾਡੇ ਕੋਲ ਡਿਜਿਟਸ ਆਉਂਦੇ ਨੇ ਤੇ ਸਪੈਸ਼ਲ ਸਿੰਬਲ ਆਉਂਦੇ ਨੇ। ਇਹਦਾ ਕਰੈਕਟਰ ਸੈੱਟ ਸਾਡੇ ਕੋਲ ਹੋਗਾ ਜਿਹੜਾ ਅਸੀਂ ਕਿਸੇ ਵੀ ਸੀ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕਿਸੇ ਵੀ ਪ੍ਰੋਗਰਾਮ ਨੂੰ ਲਿਖਣ ਦੇ ਲਈ ਵਰਤਦੇ ਹਾਂ। ਐਗਜ਼ੀਕਿਊਸ਼ਨ ਔਰ ਅਸਕੇਪ ਕਰੈਕਟਰ, ਇਹ ਸਾਡੇ ਕੋਲੇ ਅਸਕੇਪ ਕਰੈਕਟਰ ਆ ਗਏ ਜਦੋਂ ਅਸੀਂ /n ਲਿਖਤਾ ਸਾਡੇ ਕੋਲੇ ਤਾਂ ਇਹਦਾ ਮਤਲਬ ਆ ਨਿਊ ਲਾਈਨ। ਜੋ ਵੀ ਡਾਟਾ ਪ੍ਰਿੰਟ ਹੋਏਗਾ ਉਹ ਕਿਹਦੇ ਵਿੱਚ ਹੋਏਗਾ, ਨਵੀਂ ਲਾਈਨ ਦੇ ਵਿੱਚ ਇੱਕ ਹੋਏਗਾ। ਉਸੇ ਤਰੀਕੇ ਨਾਲ ਟੈਬ ਹੈ, ਟੈਬ ਦੇ ਵਿੱਚ ਇੱਕ ਸਪੇਸ ਛੱਡ ਕੇ ਹੋਏਗਾ। ਇੱਦਾਂ ਇਹ ਜਿਹੜੇ ਮੇਨ ਆਪਣੇ ਕੋਲੇ 8 ਅਸਕੇਪ ਕਰੈਕਟਰਸ ਹੈਗੇ ਨੇ। ਵਾਈਟ ਸਪੇਸ ਕਰੈਕਟਰ, ਕੋਈ ਬਲੈਂਕ ਸਪੇਸ ਦੇ ਦਈਏ ਤਾਂ ਉਸਨੂੰ ਕੀ ਕਹਿ ਦਿੰਦੇ ਹਾਂ ਅਸੀਂ, ਵਾਈਟ ਸਪੇਸ ਕਰੈਕਟਰ ਕਹਿ ਦਿੰਦੇ ਹਾਂ। ਦਿਸ ਕਾਲਡ ਏ ਵਾਈਟ ਸਪੇਸ ਕਰੈਕਟਰ ਸਪੇਸ ਟੈਬ ਨਿਊ ਲਾਈਨ ਕਮੈਂਟਸ। ਹੁਣ ਅੱਗੇ ਆ ਗਿਆ ਸਟਰਕਚਰ ਆਫ ਸੀ ਪ੍ਰੋਗਰਾਮਿੰਗ ਲੈਂਗੁਏਜਸ। ਇਹ ਬਹੁਤ ਇੰਪੋਰਟੈਂਟ ਹੈ। ਇਹ ਕਹਿੰਦਾ ਵੀ ਤੁਹਾਡੇ ਕੋਲੇ ਇੱਕ ਜਿਹੜਾ ਸੀ ਦਾ ਪ੍ਰੋਗਰਾਮ ਜੋ ਤੁਸੀਂ ਲਿਖਦੇ ਹੋ ਉਦੋਂ ਕਿਹੜੇ ਕਿਹੜੇ ਮੇਨ ਉਹਦੇ ਪਾਰਟਸ ਹੈਗੇ ਨੇ। ਇਹਦੇ ਵਿੱਚ ਸਭ ਤੋਂ ਪਹਿਲਾਂ ਪ੍ਰੀ ਪ੍ਰੋਸੈਸਰ ਸਟੇਟਮੈਂਟਸ ਆਉਂਦੀਆਂ ਨੇ, ਜਿੱਦਾਂ ਕਿ ਤੁਹਾਡੀਆਂ ਹੈਡਰ ਫਾਈਲਸ ਹੋ ਗਈਆਂ ਜਾਂ ਤੁਸੀਂ ਕੋਈ ਡਿਫਾਈਨ ਕੀਤਾ ਹੋਇਆ। ਫਿਰ ਗਲੋਬਲ ਡਿਕਲੇਰੇਸ਼ਨ, ਅਗਰ ਕੋਈ ਗਲੋਬਲ ਵੇਰੀਏਬਲ ਤੁਸੀਂ ਡਿਕਲੇਅਰ ਕੀਤਾ, ਯਾਨੀ ਕਿ ਜਿਹਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਕਿਤੇ ਵੀ ਵਰਤ ਸਕਦੇ ਹਾਂ ਕਿਸੇ ਵੀ ਫੰਕਸ਼ਨ ਦੇ ਵਿੱਚ। ਇਹ ਸਾਡੇ ਕੋਲੇ ਮੇਨ ਕੰਟਰੋਲ ਐਂਟਰੀ ਪੁਆਇੰਟ ਆ ਜਿੱਥੋਂ ਕੰਟਰੋਲ ਨੇ ਐਂਟਰ ਹੋਣਾ। ਇਹ ਸਟਾਰਟਿੰਗ ਆਫ ਦਾ ਮੇਨ ਫੰਕਸ਼ਨ ਆ। ਇੱਥੇ ਮੇਨ ਫੰਕਸ਼ਨ ਨੇ ਕੰਮ ਕੀ ਕਰਨਾ ਉਹ ਹੈ ਇਹ ਐਂਡ ਆਫ ਦਾ ਮੇਨ ਫੰਕਸ਼ਨ। ਹਰ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਮੇਨ ਫੰਕਸ਼ਨ ਹੋਏਗਾ ਹੀ ਹੋਏਗਾ। ਇਹ ਹੈਡਰ ਫਾਈਲਸ ਜਿੱਦਾਂ ਕਿ ਪ੍ਰੀ ਪ੍ਰੋਸੈਸਰ ਡਾਇਰੈਕਟਿਵਸ ਜਿਹੜੇ ਆਪਾਂ ਗੱਲ ਕੀਤੀ ਹੈ। ਪ੍ਰੀ ਪ੍ਰੋਸੈਸਰ ਡਾਇਰੈਕਟਿਵ ਹੁੰਦੇ ਨੇ ਵੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜਿਨ੍ਹਾਂ ਨੂੰ ਇਨਕਲੂਡ ਕਰਨਾ ਬਹੁਤ ਜ਼ਰੂਰੀ ਹੈ, ਐਗਜ਼ੀਕਿਊਟ ਕਰਨਾ ਜ਼ਰੂਰੀ ਹੈ। ਇਹ ਬੇਸਿਕਲੀ 3 ਟਾਈਪ ਦੇ ਹੁੰਦੇ ਨੇ। ਇੱਕ ਤਾਂ ਮੈਂ ਹੈਸ਼ ਇਨਕਲੂਡ ਨਾਲ ਡਿਫਾਈਨ ਕਰਦਾ, ਦੂਜੇ ਮੈਂ ਡਿਫਾਈਨ ਕਰਦਾ ਹੈਸ਼ ਡਿਫਾਈਨ ਨਾਲ, ਤੀਜੇ ਮੇਰੇ ਕੋਲ ਕੰਡੀਸ਼ਨਲ ਡਾਇਰੈਕਟਿਵਸ ਹੁੰਦੇ ਨੇ। ਸੋ ਇਹਨਾਂ ਦੀਆਂ ਮੇਨ ਜਿਹੜੀਆਂ ਹੈਗੀਆਂ ਨੇ 3 ਕੈਟਾਗਰੀਜ਼ ਇੱਥੇ ਇਸ ਬੁੱਕ ਦੇ ਵਿੱਚ ਇਹ ਡਿਫਾਈਨ ਨੇ। ਲੇਟਰ ਔਨ ਅਸੀਂ ਇਹਨਾਂ ਦੇ ਬਾਰੇ ਪ੍ਰੋਗਰਾਮ ਵੀ ਬਣਾਵਾਂਗੇ। ਇਹ ਸਾਡੇ ਕੋਲ ਗਲੋਬਲ ਡੈਕਲੇਰੇਸ਼ਨ ਚੱਲ ਰਹੀ ਹੈ। ਗਲੋਬਲ ਡੈਕਲੇਰੇਸ਼ਨ ਦੇ ਵਿੱਚ ਅਸੀਂ ਵੇਰੀਏਬਲ ਡਿਫਾਈਨ ਕਰਦੇ ਹਾਂ। ਇਹਦੀ ਇੱਕ ਐਗਜ਼ਾਮਪਲ ਸਾਡੇ ਕੋਲੇ ਸ਼ਾਰਟ ਨੰਬਰ ਸਮ ਇਜ਼ ਇਕੁਅਲ ਟੂ 0 ਆ। ਇਹ ਇੱਕ ਸਾਡੇ ਕੋਲੇ ਗਲੋਬਲ ਡਿਕਲੇਅਰ ਵੇਰੀਏਬਲ ਆ। ਕਿਉਂਕਿ ਮੇਨ ਫੰਕਸ਼ਨ ਇੱਥੇ ਸਾਡੇ ਕੋਲ ਇੱਥੋਂ ਸਟਾਰਟ ਹੋ ਰਿਹਾ ਹੈਗਾ। ਇਹਨਾਂ ਵੇਰੀਏਬਲਸ ਨੂੰ ਪੂਰੇ ਪ੍ਰੋਗਰਾਮ ਦੇ ਵਿੱਚ ਵੱਖਰੇ ਵੱਖਰੇ ਫੰਕਸ਼ਨ ਦੇ ਵਿੱਚ ਅਸੀਂ ਕਿਤੇ ਵੀ ਵਰਤ ਸਕਦੇ ਹਾਂ। ਦਿਸ ਇਜ਼ ਕਾਲਡ ਏ ਗਲੋਬਲ ਵੇਰੀਏਬਲ। ਹੁਣ ਬ੍ਰੇਸਿਸ ਨੇ ਕਿ ਜਦੋਂ ਅਸੀਂ ਕੋਈ ਫੰਕਸ਼ਨ ਲਿਖਦੇ ਹਾਂ ਤਾਂ ਸਾਡੇ ਕੋਲ ਕਰਲੀ ਬ੍ਰੇਸਿਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਇਹ ਡਿਫਾਈਨ ਕਰਦੇ ਨੇ ਵੀ ਇੱਕ ਫੰਕਸ਼ਨ ਨੇ
ਕਿੱਥੋਂ ਸਟਾਰਟ ਹੋਣਾ ਤੇ ਕਿੱਥੇ ਜਾ ਕੇ ਖਤਮ ਹੋਣਾ। एक बड़ा सिंपल जिहा सी ਦਾ प्रोग्राम लिखिया होया, ਇਹਦੀ ਅਸੀਂ ਐਗਜ਼ੀਕਿਊਸ਼ਨ ਜਿਹੜਾ ਪ੍ਰੈਕਟੀਕਲ ਵੀਡੀਓ ਹੈਗੀ ਆ ਉਹਦੇ ਵਿੱਚ ਕੀਤੀ ਹੋਈ ਆ। ਇਸ ਪ੍ਰੋਗਰਾਮ ਦੇ ਵਿੱਚ ਕੀ ਹੈ ਜੀ, ਸਭ ਤੋਂ ਪਹਿਲਾਂ ਸਾਡੇ ਕੋਲ ਹੈਡਰ ਫਾਈਲ ਹੈ, ਉਸ ਤੋਂ ਬਾਅਦ ਮੇਨ ਫੰਕਸ਼ਨ ਆ ਗਿਆ ਕੰਟਰੋਲ ਐਂਟਰੀ ਪੁਆਇੰਟ। ਜਦੋਂ ਪ੍ਰੋਗਰਾਮ ਨੇ ਸਟਾਰਟ ਹੋਣਾ ਉਹਨੇ ਕੀ ਕਰਨਾ, ਕੰਟਰੋਲ ਨੂੰ ਇੱਥੇ ਲਿਆਣਾ। ਫਿਰ ਸਟਾਰਟਿੰਗ ਆਫ ਦਾ ਮੇਨ ਫੰਕਸ਼ਨ, ਜਿਹੜਾ ਮੇਨ ਫੰਕਸ਼ਨ ਸਟਾਰਟ ਹੋਇਆ, ਕਰਲੀ ਬ੍ਰੇਸਿਸ ਤੋਂ ਮੇਨ ਫੰਕਸ਼ਨ ਸਟਾਰਟ ਹੋ ਗਿਆ। ਪ੍ਰਿੰਟ ਐਫ ਆਊਟਪੁੱਟ ਸਟੇਟਮੈਂਟ ਆ ਜਿਹਨੇ ਇਹ ਮੈਸੇਜ ਜਿਹੜਾ ਸੀਗਾ ਸਕਰੀਨ ਦੇ ਉੱਤੇ ਪ੍ਰਿੰਟ ਕਰ ਦੇਣਾ, ਯਾਨੀ ਕਿ ਇਸ ਪ੍ਰੋਗਰਾਮ ਦੀ ਆਊਟਪੁੱਟ ਕੀ ਆਊਗੀ, ਸਿੰਪਲੀ ਵੈਲਕਮ ਟੂ ਸੀ। ਕੰਟਰੋਲ ਨੂੰ ਪਤਾ ਚੱਲ ਗਿਆ ਵੀ ਜਿਹੜਾ ਹੈਗਾ, ਉਸ ਤੋਂ ਬਾਅਦ ਆਪਾਂ ਕਰਲੀ ਬ੍ਰੇਸਿਸ ਕਲੋਜ਼ ਕਰਤੀਆਂ। ਕੰਟਰੋਲ ਨੂੰ ਪਤਾ ਚੱਲ ਗਿਆ ਵੀ ਇੱਥੇ ਜਿਹੜਾ ਫੰਕਸ਼ਨ ਸੀਗਾ ਉਹ ਐਂਡ ਹੋ ਗਿਆ। ਕਿਸੇ ਵੀ ਫੰਕਸ਼ਨ ਨੂੰ ਸਕਸੈਸਫੁਲੀ ਰਨ ਕਰਨ ਦੇ ਲਈ ਸਾਡੇ ਕੋਲੇ ਮੇਨਲੀ 5 ਸਟੈਪ ਚਾਹੀਦੇ ਨੇ। ਪਹਿਲਾ ਸਟੈਪ ਕੀ ਹੈ ਸਾਡੇ ਕੋਲ, ਕ੍ਰੀਏਟਿੰਗ ਦਾ ਪ੍ਰੋਗਰਾਮ ਨੂੰ ਕ੍ਰੀਏਟ ਕੀਤਾ, ਉਹਨੂੰ ਸੇਵ ਕਰ ਲਿਆ, ਉਹਦੀ ਕੰਪਾਈਲੇਸ਼ਨ ਕੀਤੀ, ਲਿੰਕ ਕੀਤੀਆਂ ਉਹਦੇ ਨਾਲ ਲਾਇਬ੍ਰੇਰੀ ਫਾਈਲ, ਤੇ ਪ੍ਰੋਗਰਾਮ ਨੂੰ ਅਸੀਂ ਰਨ ਕੀਤਾ। ਦੀਜ਼ ਆਰ ਦਾ ਮੇਨ 5 ਸਟੈਪਸ ਜਿਹੜੇ ਕਿ ਤੁਹਾਨੂੰ ਹਰ ਇੱਕ ਪ੍ਰੋਗਰਾਮ ਨੂੰ ਬਣਾਉਣ ਦੇ ਲਈ ਇਹ ਐਗਜ਼ੀਕਿਊਟ ਕਰਨੇ ਹੀ ਪੈਣਗੇ, ਇਹ ਫੋਲੋ ਅਪ ਕਰਨੇ ਹੀ ਪੈਣਗੇ। ਇਹ ਆਪਣੇ ਕੋਲ ਆ ਗਿਆ ਯੂਜ਼ ਆਫ ਐਡੀਟਰ। ਅਸੀਂ ਐਡੀਟਰ ਦੀ ਵਰਤੋਂ ਕਰਕੇ ਜਦੋਂ ਅਸੀਂ ਐਡੀਟਰ ਓਪਨ ਕਰ ਲਿਆ ਸੀ ਦਾ, ਉਸ ਵਕਤ ਸਾਡੇ ਕੋਲੇ ਫਲੋ ਚਾਰਟ ਦੇ ਵਿੱਚ ਇਹਨੇ ਸਮਝਾਇਆ ਹੋਇਆ ਵੀ ਸਟੇਜਸ ਆਫ ਕੰਪਾਈਲੇਸ਼ਨ ਐਂਡ ਲਿੰਕਿੰਗ ਕਿਹੜੀਆਂ ਨੇ। ਪਹਿਲੀ ਸਟੇਜ ਦੇ ਵਿੱਚ ਸੋਰਸ ਫਾਈਲ ਆ ਗਿਆ, ਯਾਨੀ ਕਿ .c ਫਾਈਲ ਅਸੀਂ ਕ੍ਰੀਏਟ ਕਰ ਲਈ। ਯੂਜ਼ਰ ਨੇ ਆਪਣਾ ਕੋਡ ਲਿਖਿਆ, ਉਹਨੂੰ ਸੇਵ ਕਰ ਲਿਆ .c ਫਾਈਲ ਦੇ ਨਾਲ। ਇਹ ਵੀ ਇੱਥੇ ਕੁਐਸਚਨ ਬਣਦਾ, ਇੱਕ ਜਿਹੜੀ C ਦੀ ਫਾਈਲ ਆ ਉਹ ਕਿਹੜੀ ਐਕਸਟੈਂਸ਼ਨ ਦੇ ਨਾਲ ਸੇਵ ਹੁੰਦੇ ਆ, .c। ਪ੍ਰੀ ਪ੍ਰੋਸੈਸਰ ਯਾਨੀ ਕਿ ਅਸੀਂ ਉਹਦੇ ਵਿੱਚ ਹੈਸ਼ ਲਾ ਕੇ ਜਿਹੜੀਆਂ ਹੈਡਰ ਫਾਈਲਸ ਜਾਂ ਡਿਫਾਈਨ ਜਾਂ ਸਟੇਟਮੈਂਟ ਅਸੀਂ ਦੇਣੀਆਂ ਸੀਗੀਆਂ ਉਹਨੂੰ ਅਸੀਂ ਇਨਕਲੂਡ ਕਰ ਲਿਆ। ਕੰਪਾਈਲਰ, ਇੱਥੇ ਅਸੀਂ ਉਹਨੂੰ ਕੰਪਾਈਲ ਕਰ ਲਿਆ। ਕੰਪਾਈਲਰ ਜਦੋਂ ਅਸੀਂ ਕਰਾਂਗੇ ਤਾਂ ਜਿਹੜੀਆਂ ਹੈਡਰ ਫਾਈਲ ਜਾਂ ਲਾਇਬ੍ਰੇਰੀ ਹੈਗੀਆਂ ਨੇ ਉਹਨਾਂ ਨੂੰ ਉਹ ਇਨਕਲੂਡ ਕਰ ਲਏਗਾ ਆਪਣੇ ਪ੍ਰੋਗਰਾਮ ਦੇ ਵਿੱਚ ਤੇ ਉਹਨੂੰ ਲਿੰਕ ਕਰੇਗਾ, ਤੇ ਇੱਥੇ ਉਹਨੂੰ ਪ੍ਰੋਗਰਾਮ ਨੂੰ ਕੀ ਕਰੇਗਾ, ਐਗਜ਼ੀਕਿਊਟ ਕਰੇਗਾ। ਹੁਣ ਇੱਥੇ 2-3 ਗੱਲਾਂ ਜਿਹੜੀਆਂ ਮੇਨ ਧਿਆਨ ਦੇਣ ਯੋਗ ਨੇ। ਇੱਕ Alt F9 ਦੇ ਨਾਲ ਜਦੋਂ ਅਸੀਂ ਕੀਵਰਡ ਪ੍ਰੈਸ ਕਰਦੇ ਹਾਂ ਤਾਂ ਅਸੀਂ ਕਿਸੇ ਵੀ ਪ੍ਰੋਗਰਾਮ ਨੂੰ ਕੰਪਾਈਲ ਕਰਦੇ ਹਾਂ। ਉਸ ਤੋਂ ਬਾਅਦ ਕੰਟਰੋਲ F9 ਨਾਲ ਅਸੀਂ ਸਿਸਟਮ ਨੂੰ, ਉਸ ਫਾਈਲ ਨੂੰ ਰਨ ਕਰਦੇ ਹਾਂ। Alt F5 ਨਾਲ ਅਸੀਂ ਜਿਹੜੀ ਸਕਰੀਨ ਦੇ ਉੱਤੇ ਆਊਟਪੁੱਟ ਦੇਖਦੇ ਹਾਂ ਵੀ ਉਹਦੀ ਆਊਟਪੁੱਟ ਕੀ ਆਈ ਆ। ਫੰਕਸ਼ਨਸ ਜਿਹੜੇ ਹੈਗੇ ਨੇ C ਦੇ ਵਿੱਚ 2 ਟਾਈਪ ਦੇ ਨੇ। ਇੱਕ ਬਿਲਟ ਇਨ ਫੰਕਸ਼ਨ ਜਿਹੜੇ ਹੈਡਰ ਫਾਈਲ ਦੇ ਵਿੱਚ ਇਨਕਲੂਡਡ ਨੇ, ਜਾਂ ਲਾਇਬ੍ਰੇਰੀ ਫੰਕਸ਼ਨ ਵੀ ਉਹਨਾਂ ਨੂੰ ਕਹਿ ਦਿੰਦੇ ਆ। ਜਿਹੜੀ ਯੂਜ਼ਰ ਡਿਫਾਈਨ ਫੰਕਸ਼ਨ ਦੀ ਐਗਜ਼ਾਮਪਲ ਹੈਗੀ ਆ ਉਹ ਹੈਗੀ ਆ ਜੀ ਜਿਹੜਾ ਤੁਸੀਂ ਮੇਨ ਫੰਕਸ਼ਨ ਲਿਖਦੇ ਹੋ। ਨੈਕਸਟ ਸਾਡੇ ਕੋਲ ਆ ਗਿਆ ਫਾਰਮੈਟਡ ਇਨਪੁੱਟ ਆਊਟਪੁੱਟ ਫੰਕਸ਼ਨਸ। ਵੈਰੀ ਇੰਪੋਰਟੈਂਟ, scanf ਐਂਡ printf। ਇਹ ਇਨਪੁੱਟ ਆਊਟਪੁੱਟ ਫੰਕਸ਼ਨਸ ਨੇ। ਇਨਪੁੱਟ ਆਊਟਪੁੱਟ ਫੰਕਸ਼ਨਸ ਕਿਉਂ ਨੇ ਇਹ ਅਸੀਂ ਇੱਕ ਪ੍ਰੋਗਰਾਮ ਲਿਖਿਆ ਹੋਇਆ, ਪ੍ਰੋਗਰਾਮ ਦੇ ਵਿੱਚੋਂ ਇਹ ਜਿਹੜੀ ਕੋਡ ਦੇ ਵਿੱਚ ਇਹ ਸਟੇਟਮੈਂਟ ਆ ਇਹ ਹੈਗੀ scanf, ਤੇ ਜਿਹੜੀ ਇਹ ਸਟੇਟਮੈਂਟ ਹੈਗੀ ਆ ਇਹ ਹੈਗੀ printf। scanf ਸਟੇਟਮੈਂਟ ਦੇ ਉੱਤੇ ਜਦੋਂ ਕੰਟਰੋਲ ਪਹੁੰਚੇਗਾ ਉਸ ਦਾ ਮਤਲਬ ਕੀ ਆ, ਕੀਬੋਰਡ ਤੋਂ ਇਨਪੁੱਟ ਲੈਣੀ। ਕੀਬੋਰਡ ਤੋਂ ਇਨਪੁੱਟ ਲਈ ਜਾਊਗੀ ਤੇ ਉਹ ਲਊਗਾ ਕੌਣ ਕੀਬੋਰਡ ਤੋਂ ਇਨਪੁੱਟ, scanf ਫੰਕਸ਼ਨ, ਤੇ ਉਹਨੂੰ ਇੱਕ ਵੇਰੀਏਬਲ ਦੇ ਵਿੱਚ ਕੀ ਕਰ ਦੇਗਾ, ਸਟੋਰ ਕਰ ਦੇਗਾ। ਸਿਸਟਮ ਨੇ ਉਹਦੇ ਉੱਤੇ ਪ੍ਰੋਸੈਸਿੰਗ ਕੀਤੀ। printf ਸਟੇਟਮੈਂਟ ਕੀ ਕਰੂਗੀ, printf ਸਟੇਟਮੈਂਟ ਜੋ ਵੀ ਮੈਸੇਜ ਹੈ ਜਾਂ ਵੇਰੀਏਬਲ ਦੇ ਵਿੱਚ ਡਾਟਾ ਹੈਗਾ ਉਸ ਨੂੰ ਸਕਰੀਨ ਦੇ ਉੱਤੇ ਯਾਨੀ ਕਿ ਮੋਨੀਟਰ ਦੇ ਉੱਤੇ ਪ੍ਰਿੰਟ ਕਰਵਾਏਗੀ। ਸੋ scanf ਸਾਡੇ ਕੋਲ ਕੀ ਹੋ ਗਿਆ, ਇੱਕ ਇਨਪੁੱਟ ਫੰਕਸ਼ਨ ਹੋ ਗਿਆ, ਤੇ ਜਿਹੜਾ printf ਫੰਕਸ਼ਨ ਹੈ ਇਹ ਕੀ ਹੋ ਗਿਆ ਜੀ, ਸਾਡੇ ਕੋਲੇ ਇੱਕ ਆਊਟਪੁੱਟ ਫੰਕਸ਼ਨ ਹੋ ਗਿਆ। ਨੈਕਸਟ ਸਾਡੇ ਕੋਲੇ ਸਟ੍ਰਿੰਗ ਫਾਰਮੈਟ ਤੋਂ ਕੀ ਭਾਵ ਹੋਇਆ ਕਿ ਜਿਹੜਾ printf ਫੰਕਸ਼ਨ ਅਸੀਂ ਯੂਜ਼ ਕਿਵੇਂ ਕਰਨਾ। ਸਭ ਤੋਂ ਪਹਿਲਾਂ printf ਲਿਖਿਆ, ਉਸ ਤੋਂ ਬਾਅਦ ਅਸੀਂ ਲਿਖਿਆ ਬ੍ਰੈਕਟ ਪਾਈ, ਦੈਨ ਇਨਵਰਟਡ ਕਾਮਾ ਸਟਾਰਟ ਫਾਰਮੈਟ ਸਟ੍ਰਿੰਗ, ਕਿ ਅਸੀਂ ਉਹਦੇ ਵਿੱਚ ਕਰੈਕਟਰ ਪ੍ਰਿੰਟ ਕਰਾਉਣਾ, ਇੰਟੀਜਰ ਪ੍ਰਿੰਟ ਕਰਾਉਣਾ ਜਾਂ ਫਲੋਟ ਪ੍ਰਿੰਟ ਕਰਾਉਣਾ। ਜੇ ਅਸੀਂ ਕਰੈਕਟਰ ਪ੍ਰਿੰਟ ਕਰਾਉਣਾ ਤਾਂ ਅਸੀਂ %C,
उस वेरीएबल का नाम की है जिहदे विच वो करैक्टर जिहड़ा हैगा वो स्टोर है। ए बी और सी वेरीएबल का नाम कुछ भी हो सकता। हुण इहनूं एक एग्जाम्पल के तरीके नाल समझते हैं। जिवें इत्थे लिखिया होया ये प्रिंट एफ साडे कोल आउटपुट फंक्शन आ गया, ब्रैकेट हो गई, उस तो बाद इन्वर्टेड कॉमा स्टार्ट, ये साडे कोल एक मैसेज आ गया जिसनों असीं स्क्रीन के उत्ते प्रिंट कराना। फॉर्मेट स्पैसीफायर, इत्थों सानूं ये पता चल गया भी जिहड़ी चीज़ असीं प्रिंट करनी है वो इंटीजर है। 7 × 12 7 × 12 ਦਾ मल्टीप्लाई करके उन्हें जिहड़ा आंसर सीगा वो इत्थे प्रिंट करवा देना। एज इट इज़ हुण असीं इहदी आउटपुट देखीए भी इत्थे तक इस पॉइंट तक ये बिल्कुल एज इट इज़ प्रिंट हो गया। नैक्सट उन्हें %d की जगह के उत्ते इन्हां दी जिहड़ी मल्टीप्लिकेशन हैगी है वो इत्थे प्रिंट करती। हुण इत्थे असीं प्रोग्राम देखदे हां एक। इस प्रोग्राम दे विच असीं stdio.h ये सब तो मेन इंपॉर्टेंट फाइल आ, स्टैंडर्ड इनपुट आउटपुट फाइल है। और इसे मेन हैडर फाइल दे विच साडे कोले प्रिंट एफ और स्कैन एफ जिहड़े फंक्शनस ने वो डिफाइन ने। इत्थे साडे कोले कंट्रोल एंट्री पॉइंट आ गया, स्टार्टिंग ऑफ मेन आ गया, फ्लोट, फ्लोट एक डाटा टाइप है। ये वैल्यू साडे कोले 123.456 इसनों असीं ए वेरीएबल दे विच लै लिया। वेरीएबल की होया नेम्ड नेम ऑफ द मैमरी लोकेशन कि जिथे ये जिहड़ा हैगा वैल्यू जाके स्टोर होनी है। प्रिंट एफ एक आउटपुट फंक्शन है। एफ की है एक फॉर्मेट स्पैसीफायर है भी जिहड़ी असीं वैल्यू प्रिंट करनी है वो फ्लोट वैल्यू है, पॉइंटां दे विच वैल्यू है। इस तो बाद असीं ने जिहड़ा प्रिंट एफ फंक्शन असीं देता, प्रिंट एफ ने की करना जिहड़े साडे कोल वेरीएबल दे विच जो वैल्यू हैगी आ उसनूं असीं प्रिंट कर देना विद डिफरेंट डेसिमल प्लेसिस। नैक्सट असीं चलीए स्कैन एफ जिहड़ा हैगा साडे कोल की है जी एक इनपुट फंक्शन है, इनपुट नमैरिक। ठीक है, इहदा फॉर्मैट किदां दा होगा, स्कैन एफ पहलां लिखिया जी, उस तो बाद फॉर्मैटेड स्ट्रिंग बिल्कुल उस तरीके नाल जिद्दां दा प्रिंट एफ है। लिस्ट ऑफ एड्रैस ऑफ वेरीएबल्स, ये इंपॉर्टेंट है। इत्थे सिर्फ एक चीज़ का फर्क है, जिहड़ी स्कैन एफ जो स्टेटमेंट असीं वरतनी आ, स्कैन एफ लिख लिया, फॉर्मेट स्पैसीफायर लिख लिया, इत्थे वेरीएबल का नाम लिख के उहदे नाल एड्रैस देना। इहदा मीनिंग की होया कि जो तुसी कीबोर्ड तो स्कैन कर रहे हो वो इस वेरीएबल दे, वेरीएबल की है मैमरी लोकेशन का नाम है, इस मैमरी लोकेशन दे एड्रैस दे उत्ते जाके स्टोर कर दो। स्टोर की करना इंटीजर वैल्यू। उस तरीके नाल सिटी है, सिटी दे विच की स्टोर करना सी का मतलब की होया करैक्टर। एक एग्जाम्पल ली हुई है, एग्जाम्पल दे विच स्कैन एफ स्टेटमेंट लगाई %d %f ए की है एक वेरीएबल आ, ए वेरीएबल किहड़ा इंटीजर, ते बी किहड़ा होया फ्लोट वैल्यू, सी की है जी साडे कोले एक करैक्टर है। नैक्सट एक प्रोग्राम आ गया, प्रोग्राम दे विच असीं की कीता एक सिंपल जिहड़ा हैगा इंटरस्ट कैलकुलेट करना, बड़ा कॉमन प्रोग्राम है। इस प्रोग्राम दे विच साडे कोल कैलकुलेटिंग द सिंपल इंटरस्ट, कंट्रोल एंट्री पॉइंट पहला वेरीएबल डिफाइन करते, इंटीजर पी ते टी, प्रिंसीपल और टाइम। फ्लोट असीं इस करके रखा क्योंकि वैल्यू पॉइंटां दे विच आऊगी। रेट और सिंपल इंटरस्ट स्टेटमेंट नूं इहनूं प्रिंट करवाया स्क्रीन दे उत्ते, मैसेज प्रिंट करा लिया, कीबोर्ड तो सारियां वैल्यूज़ वेरीएबल दे विच इंसर्ट करवा ली। ये साडे कोले प्रोसैसिंग कर ली कि जिहड़ा सिंपल इंटरस्ट सीगा वो कैलकुलेट होके इस वेरीएबल दे विच वो स्टोर हो जाए। फिर इस वेरीएबल नूं प्रिंट एफ की सहायता दे नाल असीं की कीता प्रिंट करवा लिया। सो ए दी आउटपुट आ, अगर असीं 1003 ते 5.5 असीं एंटर कीता तो साडे कोले आउटपुट दे विच 165 आ गया। ये प्रोग्राम भी बड़ा इंपॉर्टेंट आ कि जी तुहाडे कोल जिहड़ा टैंपरेचर हैगा, नैक्सट प्रोग्राम दे विच एक्सैप्ट टैंपरेचर इन फारनीहाइट एंड कन्वर्ट इनटू सैल्सीयस।
ਫਾਰਨੀਹਾਈਟ ਦੇ ਵਿੱਚ ਅਸੀਂ ਟੈਂਪਰੇਚਰ ਇਨਪੁਟ ਕੀਤਾ, ਅਸੀਂ ਸੈਲਸੀਅਸ ਦੇ ਵਿੱਚ ਉਹਨੂੰ ਕਨਵਰਟ ਕਰਨਾ। ਸਭ ਤੋਂ ਪਹਿਲਾਂ ਤੁਹਾਡੇ ਕੋਲ ਫਾਰਮੂਲਾ ਹੋਣਾ ਚਾਹੀਦਾ, ਇਹ ਬੇਸਿਕ ਫਾਰਮੂਲਾ ਜਿਹਨੂੰ ਫਾਰਨੀਹਾਈਟ ਨੂੰ ਤੁਸੀਂ ਨੇ ਸੈਲਸੀਅਸ ਦੇ ਵਿੱਚ ਕਨਵਰਟ ਕਰਨਾ। ਇਸ ਫਾਰਮੂਲੇ ਨੂੰ ਐਗਜ਼ੀਕਿਊਟ ਕਰਨ ਦੇ ਲਈ ਅਸੀਂ ਇੱਕ ਪ੍ਰੋਗਰਾਮ ਬਣਾ ਰਹੇ ਹਾਂ। ਹੁਣ ਇਸ ਪ੍ਰੋਗਰਾਮ ਦੇ ਵਿੱਚ ਕੀ ਆ ਸਾਡੇ ਕੋਲ, ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਹੈਡਰ ਫਾਈਲ ਆ ਗਈ, ਕੰਟਰੋਲ ਐਂਟਰੀ ਪੁਆਇੰਟ ਆ ਗਿਆ, ਮੇਨ ਫੰਕਸ਼ਨ ਆ ਗਿਆ, ਸਟੇਟਮੈਂਟ ਵੇਰੀਏਬਲ ਡਿਫਾਈਨ ਕਰਤੇ, ਇੱਕ ਮੈਸੇਜ ਪ੍ਰਿੰਟ ਕਰਾ ਲਿਆ ਤੇ ਵੇਰੀਏਬਲ ਸਕੈਨ ਕਰ ਲਿਆ। ਹੁਣ ਇੱਥੇ ਇੱਕੋ ਹੀ ਵੇਰੀਏਬਲ ਆ, ਯਾਨੀ ਕਿ ਸਾਨੂੰ ਇਨਪੁਟ ਕਿਹਦੇ ਵਿੱਚ ਚਾਹੀਦੀ ਹੈ, ਫਾਰਨੀਹਾਈਟ ਦੇ ਵਿੱਚ। ਤੇ ਫਾਰਮੂਲਾ ਐਗਜ਼ੀਕਿਊਟ ਕੀਤਾ ਤੇ ਦੋਨਾਂ ਨੂੰ ਅਸੀਂ ਇੱਥੇ ਪ੍ਰਿੰਟ ਕਰਵਾ ਲਿਆ ਕਿ ਫਾਰਨੀਹਾਈਟ ਦੇ ਵਿੱਚ ਅਸੀਂ ਕੀ ਇਨਪੁਟ ਦਿੱਤੀ ਸੀ ਤੇ ਸੈਲਸੀਅਸ ਦੇ ਵਿੱਚ ਸਾਡੇ ਕੋਲ ਆਊਟਪੁੱਟ ਕੀ ਆਈ ਹੈ।